ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਕਹਾਣੀ ਦਾ ਵਿਸ਼ਾ ਹੈ ਔਰਤ ਅਤੇ ਸਮਾਜ। ਮੈਂ ਜਦ ਕੰਮ ਕਰਕੇ ਵਿਹਲੀ ਹੁੰਦੀ ਸੀ ਤਾਂ ਅਕਸਰ ਹੀ ਚਾਚਾ ਜੀ ਘਰ ਚਲੀ ਜਾਂਦੀ ਸੀ, ਕਿਉਂਕਿ ਚਾਚਾ ਜੀ ਦੀ ਨੂੰਹ ਅਤੇ ਮੇਰੇ ਵਿੱਚ ਬਹੁਤ ਲਗਾਅ ਸੀ। ਰਿਸ਼ਤੇ ਵਿੱਚ ਬੇਸ਼ੱਕ ਮੈਂ ਵੱਡੀ ਸੀ, ਪਰ ਅਸੀਂ ਹਮੇਸ਼ਾ ਹੀ ਭੈਣਾਂ ਵਾਂਗੂ ਹੀ ਰਹੀਆਂ। ਸਾਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਅਸੀਂ ਭੈਣਾਂ ਨਹੀਂ, ਦਰਾਣੀ ਜਠਾਣੀ ਹਾਂ। ਮੇਰੀ ਦਰਾਣੀ ਦਾ ਨਾਮ ਪਰਮ ਸੀ। ਪਰਮ ਸਰਕਾਰੀ ਅਧਿਆਪਕ ਹੋਣ ਕਰਕੇ ਬਹੁਤ ਸਮਝਦਾਰ ਤੇ ਸੁਲਝੀ ਹੋਈ ਔਰਤ ਸੀ। ਮੇਰੀ ਚਾਚੀ ਦਾ ਸੁਭਾਅ ਬਹੁਤ ਕੱਬਾ ਸੀ। ਪਰਮ ਜਦ ਤੋਂ ਵਿਆਹੀ ਆਈ ਸੀ, ਚਾਚੀ ਨੇ ਕਦੇ ਕੰਮ ਦਾ ਡੱਕਾ ਨਹੀਂ ਤੋੜਿਆ ਸੀ। ਸਕੂਲ ਜਾਣ ਤੋਂ ਪਹਿਲਾਂ ਸਾਰਾ ਕੰਮ ਕਰਕੇ ਜਾਂਦੀ ਅਤੇ ਵਾਪਸ ਆ ਕੇ ਫਿਰ ਕਰਦੀ, ਪਰ ਸਾਰੇ ਪਰਿਵਾਰ ਨੇ ਕਦੇ ਵੀ ਉਸ ਦੇ ਕੰਮ ਦਾ ਗੁਣ ਨਹੀਂ ਪਾਇਆ ਸੀ। ਸਗੋਂ ਉਸ ਨੂੰ ਹਮੇਸ਼ਾ ਸੁਣਾਉਂਦੇ ਸੀ ਕਿ ਤੇਰਾ ਰਿਸ਼ਤਾ ਸਿਰਫ ਨੌਕਰੀ ਦੇਖ ਕੇ ਲਿਆ, ਤੇਰਾ ਰੰਗ ਪੱਕਾ ਹੋਣ ਕਰਕੇ ਜੱਚਦੀ ਨਹੀਂ ਸਾਡੇ ਨਾਲ। ਮੈਨੂੰ ਪਰਮ ਨਾਲ ਇਹ ਸਲੂਕ ਹੁੰਦਾ ਦੇਖ ਗੁੱਸਾ ਤਾਂ ਆਉਂਦਾ ਸੀ, ਪਰ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ ਸੀ, ਕਿਉਂਕਿ ਪਰਮ ਦਾ ਪਤੀ ਵੀ ਸਿਰੇ ਦਾ ਨਸ਼ੇੜੀ ਅਤੇ ਵਿਹਲੜ ਇਨਸਾਨ ਸੀ। ਰਿਸ਼ਤੇ 'ਚ ਭਾਵੇਂ ਮੇਰੇ ਦਿਓਰ ਹੀ ਲੱਗਦਾ ਸੀ, ਪਰ ਉਸਦੇ ਨਾਮ ਸੁਣ ਕੇ ਵੀ ਮੇਰਾ ਖੂਨ ਖੌਲਦਾ ਸੀ। ਕੋਈ ਇਨਸਾਨ ਇੰਨਾ ਪੱਥਰ ਦਿਲ ਕਿੱਦਾਂ ਹੋ ਸਕਦਾ। ਸ਼ਾਮ ਦੇ ਸਮੇਂ ਇੱਕ ਦਿਨ ਮੈਂ ਕਿਸੇ ਕੰਮ ਪਰਮ ਕੋਲ ਗਈ ਤਾਂ ਮੈਂ ਦੇਖਿਆ ਕਿ ਚਾਚੀ ਆਪਣੀ ਪੋਤੀ ਨੂੰ ਝਿੜਕੀ ਜਾਵੇ। ਜਦ ਮੈਂ ਪੁੱਛਿਆ ਤਾਂ ਖਿੱਚ ਕੇ ਕਹਿੰਦੀ, ਪੱਥਰ ਮੱਥੇ ਮਾਰਿਆ ਰੱਬ ਨੇ, ਸਾਰਾ ਦਿਨ ਉੱਤੇ ਨੱਚਦੀ ਰਹਿੰਦੀ। ਫਿਰ ਮੈਂ ਘਰ ਆ ਗਈ। ਰਾਤ ਨੂੰ ਮੇਰਾ ਧਿਆਨ ਮੇਰੇ ਬਚਪਨ ਵਿੱਚ ਚਲਾ ਗਿਆ ਕਿ ਕਿੱਦਾਂ ਪਹਿਲਾਂ ਦਾਦੀ ਮੇਰਾ ਹਰ ਖਿਡੌਣਾ ਵੀਰੇ ਨੂੰ ਖੇਡਣ ਲਈ ਦਿੰਦੀ ਸੀ, ਤੇ ਫਿਰ ਜਦ ਮਾਂ ਨੇ ਮੈਨੂੰ ਪੜ੍ਹਾਉਣ ਲਈ ਕਿਹਾ ਤਾਂ ਦਾਦੀ ਨੇ ਬਹੁਤ ਕਲੇਸ਼ ਪਾਇਆ ਸੀ ਕਿ ਕੁੜੀ ਆ ਕੀ ਕਰਨਾ ਪੜ੍ਹਾ ਕੇ, ਪਰ ਪਾਪਾ ਦੇ ਕਹਿਣ 'ਤੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਲਗਾ ਦਿੱਤਾ। ਉਹ ਸਕੂਲ 10ਵੀਂ ਤੱਕ ਹੀ ਸੀ। 10ਵੀਂ ਤੋਂ ਮਗਰੋਂ ਦਾਦੀ ਨੇ ਪੜ੍ਹਨ ਨਹੀਂ ਦਿੱਤਾ, ਕਿਉਂਕਿ ਦਾਦੀ ਨੇ ਮੈਨੂੰ ਦਰੀਆਂ ਖੇਸ ਬਣਾਉਣ ਤੇ ਘਰ ਦਾ ਕੰਮ ਕਰਨ ਲਗਾ ਦਿੱਤਾ ਸੀ। ਬਚਪਨ ਬਾਰੇ ਸੋਚਦੀ ਦੀ ਮੇਰੀ ਅੱਖ ਲੱਗ ਗਈ। ਕੁਝ ਦਿਨ ਗੁਜ਼ਰੇ ਸੀ ਕਿ ਚਾਚੀ ਜੀ ਸਾਡੇ ਘਰ ਆਏ। ਬੈਠੇ ਬੈਠੇ ਸੂਟਾਂ ਦੇ ਰਿਵਾਜ਼ ਦੀ ਗੱਲ ਤੁਰ ਪਈ। ਚਾਚੀ ਜੀ ਨੇ ਪਰਮ ਦੇ ਕੱਪੜਿਆਂ ਉੱਪਰ ਟਿੱਪਣੀ ਕਰਦੇ ਕਿਹਾ ਕਿ ਲੋਕ ਗੱਲਾਂ ਕਰਦੇ ਜਦ ਸਕੂਲ ਪਲਾਜ਼ੇ ਜਾਂ ਪਜਾਮੀਆਂ ਪਾ ਜਾਂਦੀ। ਮੈਂ ਸਹਿ ਸੁਭਾਅ ਹੀ ਕਹਿ ਦਿੱਤਾ, ਚਾਚੀ ਜੀ ਦੀਦੀ ਵੀ ਤਾਂ ਸਕੂਲ ਪਲਾਜ਼ੋ ਵਗੈਰਾ ਪਾ ਕੇ ਜਾਂਦੇ ਅਤੇ ਇੱਥੇ ਵੀ ਪਾ ਕੇ ਆਉਂਦੇ, ਉਹਨਾਂ ਨੂੰ ਨਹੀਂ ਕੋਈ ਗੱਲਾਂ ਕਰਦਾ। ਚਾਚੀ ਦਾ ਜਵਾਬ ਸੁਣ ਮੈਂ ਹੈਰਾਨ ਰਹਿ ਗਈ। ਚਾਚੀ ਬੋਲੇ, ਉਹ ਧੀ ਆ ਅਤੇ ਹੁਣ ਆਪਣੇ ਘਰ ਚਲੀ ਗਈ, ਜੋ ਮਰਜ਼ੀ ਪਾਵੇ। ਚਾਚੀ ਕਹਿੰਦੀ, ਲੋਕ ਵਿਆਹ ਦੇ ਬਾਅਦ ਧੀਆਂ ਦੇ ਪਹਿਰਾਵੇ ਨਹੀਂ, ਨੂੰਹ ਦਾ ਪਹਿਰਾਵਾ ਦੇਖਦੇ। ਚਾਚੀ ਨੂੰ ਪੁੱਛਣ ਵਾਲੀ ਗੱਲ ਸੀ ਕਿ ਤੇਰੀ ਧੀ ਕਿਸੇ ਦੀ ਨੂੰਹ ਨਹੀਂ, ਕਿ ਉਸਦੇ ਪਿੰਡ ਵਾਲੇ ਨਹੀਂ ਗੱਲਾਂ ਕਰਦੇ ਹੋਣਗੇ ਉਸਦੇ ਕੱਪੜਿਆਂ ਬਾਰੇ। ਸਾਰੀਆਂ ਕਮੀਆਂ ਨੂੰਹਾਂ 'ਚ ਹੀ ਕਿਉਂ ਦੇਖੀਆਂ ਜਾਂਦੀਆਂ। ਮੈਨੂੰ ਆਪਣੇ ਵਿਆਹ ਤੋਂ ਪਹਿਲਾਂ ਦਾ ਸਮਾਂ ਯਾਦ ਆ ਗਿਆ ਕਿ ਮੈਂ ਜਦ ਵੀ ਕੁਝ ਮੰਗਣਾ ਤਾਂ ਦਾਦੀ ਦਾ ਇੱਕ ਟੁੱਕ ਜਵਾਬ ਹੁੰਦਾ ਸੀ ਕਿ ਕੁਆਰੇ ਹੁੰਦੇ ਨਹੀਂ ਆ ਕੁਝ ਕਰੀਦਾ, ਜਦ ਵਿਆਹੀ ਗਈ ਜੋ ਮਰਜ਼ੀ ਕਰੀ। ਪਰ ਜਦੋਂ ਵਿਆਹ ਹੋਇਆ ਤਾਂ ਪਾਉਣ ਹੰਢਾਉਣ ਦੀ ਆਜ਼ਾਦੀ ਕੀ ਮਿਲਣੀ ਸੀ, ਸਗੋਂ ਉੱਠਣਾ ਬੈਠਣਾ ਖਾਣਾ ਪੀਣਾ ਸਭ ਕੁਝ ਹੀ ਬੇਗਾਨੇ ਵੱਸ ਪੈ ਗਿਆ ਸੀ, ਜਿਸ ਦਾ ਕਹਿਣਾ ਸੀ ਕਿ ਮੇਰੀ ਮਰਜ਼ੀ ਬਿਨਾਂ ਤੂੰ ਇਸ ਘਰ ਵਿੱਚ ਕੋਈ ਕੰਮ ਨਹੀਂ ਕਰਨਾ। ਪਹਿਲਾਂ ਮੈਨੂੰ ਲੱਗਦਾ ਸੀ ਕਿ ਪਰਮ ਖੁਦ ਕਮਾਉਂਦੀ ਹੋਣ ਕਰਕੇ ਉਸਨੂੰ ਆਜ਼ਾਦੀ ਹੋਣੀ ਜ਼ਿੰਦਗੀ ਜਿਉਣ ਦੀ, ਪਰ ਚਾਚੀ ਦੀਆਂ ਗੱਲਾਂ ਤੋਂ ਮੈਨੂੰ ਸਮਝ ਆ ਗਈ ਸੀ ਕਿ ਔਰਤ ਹੀ ਔਰਤ ਦੀ ਦੁਸ਼ਮਣ ਆ। ਸਮਾਜ ਵਿੱਚ ਜੋ ਕੁਝ ਵੀ ਹੁੰਦਾ ਉਹ ਸਾਰਾ ਵਰਤਾਰਾ ਵੀ ਔਰਤ ਕਰਕੇ ਹੀ ਚੱਲਦਾ। ਸਮਾਜ ਦੀਆਂ ਸਾਰੀਆਂ ਸ਼ਰਤਾਂ ਕੁੜੀਆਂ ਅਤੇ ਨੂੰਹਾਂ ਲਈ ਹੀ ਤਾਂ ਹਨ। ਅਜੇ ਇਹ ਗੱਲ ਮੇਰੇ ਜ਼ਿਹਨ ਘੁੰਮ ਹੀ ਰਹੀ ਸੀ, ਅਚਾਨਕ ਚਾਚੀ ਦੇ ਘਰੋਂ ਰੋਣ ਕਰਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੈਂ ਭੱਜ ਕੇ ਗਈ ਤਾਂ ਦੇਖਿਆ ਕਿ ਚਾਚੀ ਇੱਕ ਪਾਸੇ ਖੜੀ ਦੇਖ ਰਹੀ ਪਰਮ ਦਾ ਪਤੀ ਪਰਮ ਅਤੇ ਬੱਚਿਆਂ ਨੂੰ ਕੁੱਟ ਰਿਹਾ। ਪਰਮ ਦੇ ਸਰੀਰ 'ਤੇ ਗਹਿਰੇ ਜ਼ਖਮਾਂ ਦੇ ਨਿਸ਼ਾਨ ਸੀ। ਮੈਂ ਉਸਨੂੰ ਛੁਡਾ ਕੇ ਆਪਣੇ ਘਰ ਲੈ ਆਈ।
ਪਰਮ ਨੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਸਾਰਾ ਹਾਲ ਬਿਆਨ ਕੀਤਾ। ਮੈਂ ਪਰਮ ਨੂੰ ਗਰਮ ਦੁੱਧ ਵਿੱਚ ਹਲਦੀ ਪਾ ਕੇ ਦਿੱਤੀ। ਸ਼ਾਮ ਨੂੰ ਪਰਮ ਦਾ ਭਰਾ ਆਇਆ ਤਾਂ ਪਰਮ ਦਾ ਹਾਲ ਦੇਖ ਬਹੁਤ ਦੁਖੀ ਹੋਇਆ। ਪਰਮ ਦਾ ਭਰਾ ਬੱਚਿਆਂ ਸਮੇਤ ਪਰਮ ਨੂੰ ਆਪਣੇ ਨਾਲ ਲੈ ਗਿਆ। 2 ਕੁ ਮਹੀਨੇ ਪਰਮ ਉੱਥੇ ਰਹੀ। ਚਾਚੀ ਨੇ ਕਦੇ ਕੰਮ ਨਾ ਕੀਤਾ ਸੀ। ਪਰਮ ਦੇ ਜਾਣ 'ਤੇ ਕੰਮ ਕਰਨ ਤੋਂ ਔਖੀ ਹੋ ਗਈ। ਫਿਰ ਪੰਚਾਇਤਾਂ ਇਕੱਠੀਆਂ ਕਰਕੇ ਪਰਮ ਨੂੰ ਲੈ ਕੇ ਆਏ ਵੀ ਸਮਾਜ ਵਿੱਚ ਸਾਡਾ ਨੱਕ ਨਹੀਂ ਰਹਿੰਦਾ। ਮੈਂ ਪਰਮ ਨੂੰ ਕਿਹਾ, ਕਿਉਂ ਨਰਕ ਵਿੱਚ ਫਸ ਗਈ? ਇਹ ਤੇਰੀ ਭੋਰਾ ਕਦਰ ਨਹੀਂ ਕਰਦੇ। ਉਹਨਾਂ ਤੇਰਾ ਭਾਰ ਨਹੀਂ ਜਿੰਨੇ ਨੋਟ ਇਹਨਾਂ ਦੀ ਤਿੱਲੀ 'ਤੇ ਧਰਦੀ ਏਂ। ਪਰਮ ਤੇਰੇ ਕੋਲ ਸਰਕਾਰੀ ਨੌਕਰੀ ਹੋਣ ਕਰਕੇ ਤੂੰ ਬੱਚੇ ਤਾਂ ਪਾਲ ਸਕਦੀ ਸੀ। ਇਸ ਤੋਂ ਅਲੱਗ ਹੋ ਕੇ ਪਰਮ ਨੇ ਅੱਖਾਂ ਭਰ ਮੈਨੂੰ ਕਿਹਾ, ਮੈਂ ਤਾਂ ਬੱਚੇ ਪਾਲ ਲਊਂ ਇਕੱਲੀ ਰਹਿ ਕੇ, ਪਰ ਇਹ ਭੈੜਾ ਸਮਾਜ ਨਹੀਂ ਪਾਲਣ ਦਿੰਦਾ। ਸਮਾਜ ਆਪਣਾ ਘਰ ਛੱਡ ਕੇ ਦੂਜੇ ਦੇ ਘਰਾਂ ਵਿੱਚ ਮੱਚਦੀ ਅੱਗ ਜ਼ਿਆਦਾ ਸੇਕਦਾ। 100 ਸਵਾਲ ਕਰਨਗੇ ਕਿ ਕਿਉਂ ਛੱਡਿਆ। ਇਸ ਨਸ਼ੇੜੀ ਦਾ ਕਸੂਰ ਕਿਸੇ ਨੇ ਨਹੀਂ ਦੇਖਣਾ। ਮੇਰੇ ਵਿੱਚ ਕਮੀਆਂ ਹੀ ਨਿਕਲਣਗੀਆਂ। ਕਿਉਂ ਔਰਤ ਹਾਂ ਮੈਂ। ਪਰਮ ਦੀਆਂ ਗੱਲਾਂ ਕੜਵੀਆਂ ਜ਼ਰੂਰ ਸੀ, ਪਰ ਸੱਚ ਸੀ ਕਿ ਔਰਤ ਨੂੰ ਗਲਤੀ ਨਾ ਹੋਣ 'ਤੇ ਵੀ ਸਜ਼ਾ ਭੁਗਤਣੀ ਪੈਂਦੀ। ਮਰਦ ਨੂੰ ਕੋਈ ਨਹੀਂ ਪੁੱਛਦਾ ਕਿ ਤੇਰੇ ਘਰ ਦੀ ਕਿਉਂ ਛੱਡ ਕੇ ਚਲੀ ਗਈ। ਪਰਮ ਫਿਰ ਪਹਿਲਾਂ ਵਰਗੀ ਨਰਕ ਭਰੀ ਜ਼ਿੰਦਗੀ ਵਿੱਚ ਵਾਪਸ ਆ ਗਈ ਸੀ। ਕੁਝ ਸਾਲ ਇੱਦਾਂ ਹੀ ਰੁੱਸਦੇ ਮਨਾਉਂਦੇ ਨਿਕਲ ਗਏ। ਫਿਰ ਪਰਮ ਦੀ ਭਤੀਜੀ ਦੀ ਮੰਗਣੀ ਦੀ ਰਸਮ ਸੀ। ਪਰਮ ਦਾ ਸਾਰਾ ਪਰਿਵਾਰ ਗਿਆ। ਰਾਤ ਨੂੰ ਪਰਮ ਦੇ ਪਤੀ ਨੇ ਜ਼ਿਆਦਾ ਹੀ ਸ਼ਰਾਬ ਪੀ ਲਈ, ਜਿਸ ਕਰਕੇ ਇਕੱਲਾ ਹੀ ਬੁੜਬੁੜ ਕਰੀ ਜਾ ਰਿਹਾ ਸੀ। ਜਦ ਪਰਮ ਦਾ ਪਤੀ ਫਿਰ ਸ਼ਰਾਬ ਪੀਣ ਲੱਗਾ ਤਾਂ ਪਰਮ ਦੇ ਜੀਜੇ ਨੇ ਹੱਸਦੇ ਕਹਿਤਾ, ਸੰਧੂ ਸਾਹਿਬ ਪਹਿਲਾਂ ਹੀ ਜ਼ਿਆਦਾ ਪੀ ਲਈ ਤੁਸੀਂ, ਹੁਣ ਰੋਟੀ ਖਾ ਕੇ ਸੌਂ ਜਾਓ। ਬਸ ਇੰਨਾ ਕਹਿਣ ਦੀ ਦੇਰ ਸੀ ਕਿ ਸੰਧੂ ਸਾਹਿਬ ਨੇ ਵਿਖਾ ਦਿੱਤੇ ਜਵਾਈ ਵਾਲੇ ਰੰਗ ਢੰਗ। ਜਦ ਸਭ ਰਿਸ਼ਤੇਦਾਰ ਸਮਝਾਉਣ ਦੀ ਸੋਚੀ ਤਾਂ ਸੰਧੂ ਸਾਹਿਬ ਨੇ ਬਿਨਾਂ ਸੋਚੇ ਸਮਝੇ ਇੱਕ ਭਤੀਜੇ ਦੇ ਚਪੇੜ ਕੱਢ ਮਾਰੀ। ਫਿਰ ਅੱਧੀ ਰਾਤ ਹੀ ਪਰਮ ਨੂੰ ਕਹੇ, ਚੱਲ ਚੱਲੀਏ। ਪਰ ਭਰਾ ਪਰਮ ਦੀ ਬਾਂਹ ਫੜੀ ਖੜੇ ਕਿ ਨਹੀਂ ਜਾਣਾ। ਪਰਮ ਦੋਨਾਂ ਪਾਸਿਓਂ ਫਸੀ ਖੜੀ ਸੀ। ਜੋ ਪਤੀ ਨੂੰ ਛੱਡਦੀ ਤਾਂ ਘਰ ਟੁੱਟਦਾ ਸੀ, ਜੇ ਭਰਾਵਾਂ ਨੂੰ ਛੱਡਦੀ ਸੀ ਤਾਂ ਪੇਕੇ ਛੁੱਟਦੇ ਸੀ। ਪਰਮ ਰੋਂਦੀ ਹੋਈ ਦੱਸਦੀ ਕਿ ਭੈਣੇ ਮੈਂ ਭਰਾਵਾਂ ਨੂੰ ਛੱਡ ਕੇ ਇਸ ਨਾਲ ਤੁਰੀ ਤਾਂ ਭਰਾਵਾਂ ਨੇ ਕਿਹਾ ਸੀ ਕਿ ਹੁਣ ਤੂੰ ਆਪਣੀ ਮਰਜ਼ੀ ਨਾਲ ਚੱਲੀ ਏਂ। ਸਾਡੇ ਲਈ ਤੂੰ ਮਰ ਗਈ, ਅਸੀਂ ਤੇਰੇ ਲਈ ਮਰ ਗਏ। ਕੀ ਅਸੀਂ ਤੈਨੂੰ ਰੋਟੀ ਨਹੀਂ ਦੇ ਸਕਦੇ ਜੋ ਤੂੰ ਇਸ ਨਾਲ ਜਾਣ ਦਾ ਫੈਸਲਾ ਲਿਆ? ਮੈਂ ਉਸ ਰਾਤ ਇੱਕ ਵਾਰ ਕਾਰ 'ਚ ਬੈਠ ਗਈ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰੋਂਦੀ ਕਦੋਂ ਪਿੰਡ ਪਹੁੰਚ ਗਈ ਪਤਾ ਨਹੀਂ ਲੱਗਿਆ। ਫਿਰ ਇਸਨੇ ਮੇਰੇ ਫੋਨ ਵਿੱਚੋਂ ਮੇਰੇ ਭਰਾ ਭਤੀਜਿਆਂ ਦੇ ਨੰਬਰ ਕੱਢ ਦਿੱਤੇ। ਮੇਰੇ ਫੋਨ 'ਤੇ ਹਰ ਸਮੇਂ ਠੀਕਰੀ ਪਹਿਰਾ ਲਗਾਈ ਰੱਖਦਾ ਕਿ ਮੈਂ ਭਰਾਵਾਂ ਨਾਲ ਗੱਲ ਨਾ ਕਰ ਸਕਾਂ। ਮੇਰਾ ਦਿਲ ਕਰਦਾ ਗੱਲ ਕਰਨ ਦਾ ਤਾਂ ਲੁਕ ਛਿਪ ਕੇ ਰੋ ਲੈਂਦੀ, ਪਰ ਕਦੀ ਫੋਨ ਨਾ ਕਰਦੀ। ਨੌਹਾਂ ਨਾਲੋਂ ਮਾਸ ਕਦੇ ਅਲੱਗ ਹੁੰਦਾ। ਗੁੱਸਾ ਠੰਡਾ ਕਰਦੇ ਭਰਾ ਹਰ ਰੋਜ਼ ਪਤਾ ਨਹੀਂ ਕਿੰਨੀ ਵਾਰ ਫੋਨ ਕਰਦੇ ਤੇ ਗੱਲ ਕਰਨ ਲਈ ਤਰਲੇ ਕੱਢਦੇ। ਫਿਰ ਇੱਕ ਦਿਨ ਮੈਂ ਸਕੂਲ ਦੇ ਅਧਿਆਪਕ 'ਤੇ ਫੋਨ 'ਤੇ ਭਰਾਵਾਂ ਨਾਲ ਗੱਲ ਕੀਤੀ ਤਾਂ ਕਮਲੇ ਬਹੁਤ ਰੋਏ ਕਿ ਭੈਣੇ ਅਸੀਂ ਤਾਂ ਗੁੱਸੇ ਕਿਹਾ ਸੀ ਕਿ ਤੂੰ ਰੁਕ ਜਾਵੇਂ, ਅਸੀਂ ਤਾਂ ਤੇਰੇ ਗੁਨੇਗਾਰ ਹਾਂ। ਸਾਨੂੰ ਕੀ ਪਤਾ ਸੀ ਕਿ ਇਹ ਪਰਿਵਾਰ ਇੱਦਾਂ ਦਾ। ਜੇ ਇਸ ਪਰਿਵਾਰ ਬਾਰੇ ਪਤਾ ਹੁੰਦਾ ਤਾਂ ਅਸੀਂ ਤੇਰਾ ਰਿਸ਼ਤਾ ਕਦੇ ਨਾ ਕਰਦੇ ਇਸ ਘਰ। ਪਰਮ ਨੇ ਜਦ ਵੀ ਸਕੂਲ 'ਚ ਸਮਾਂ ਮਿਲਣਾ ਤਾਂ ਪੇਕਿਆਂ ਨਾਲ ਗੱਲ ਕਰ ਲੈਣੀ। 5 ਕੁ ਮਹੀਨੇ ਬੀਤ ਗਏ। ਪਰਮ ਦੀ ਭਤੀਜੀ ਦਾ ਵਿਆਹ ਪੱਕਾ ਹੋ ਗਿਆ। ਪਰਮ ਤੇ ਉਸਦੇ ਭਰਾਵਾਂ ਦੇ ਮਨ 'ਚ ਡਰ ਸੀ ਕਿ ਪਤਾ ਨਹੀਂ ਹੁਣ ਸੰਧੂ ਜਾਣ ਦਊ ਵਿਆਹ ਜਾਂ ਨਹੀਂ। ਪਰਮ ਦਾ ਭਰਾ ਤੇ ਭਤੀਜੇ ਵਿਆਹ ਦਾ ਕਾਰਡ ਅਤੇ ਮਠਿਆਈਆਂ ਦੇ ਕੇ ਜਾਂਦੇ। ਜਾਣ ਸਮੇਂ ਪਰਮ ਨੇ ਭਰਾ ਨੇ ਸਾਰੇ ਪਰਿਵਾਰ ਨੂੰ ਆਉਣ ਦਾ ਕਿਹਾ। ਦਿਨ ਗੁਜ਼ਰਦੇ ਹੋਏ ਪਰਮ ਫਿਰ ਰੋਂਦੀ ਕਹਿੰਦੀ ਕਿ ਮਾਈਆ ਵਾਲੇ ਦਿਨ ਤੋਂ ਸਾਰੇ ਫੋਨ ਕਰੀ ਜਾਣ ਕੇ ਭੂਆ ਜੀ ਆ ਜਾਓ, ਪਰ ਇੱਧਰ ਜਾਣ ਨੂੰ ਕਹਾਂ ਤਾਂ ਮਾਂ ਪੁੱਤ ਦੋਨੋਂ ਚੁੱਪ ਹੀ ਵੱਟ ਗਏ, ਕੁਝ ਨਹੀਂ ਬੋਲੇ। ਭਰਾ ਅਲੱਗ ਤੋਂ ਫੋਨ ਕਰੀ ਜਾਣ ਤੇ ਭਤੀਜੇ ਅਲੱਗ ਤੋਂ। ਮੇਰਾ ਮਨ ਭਰ ਆਵੇ। ਮੈਂ ਰੋਂਦੀ ਹੋਈ ਨੇ ਫੋਨ ਨੂੰ ਬੰਦ ਕਰ ਦਿੱਤਾ। ਚਲੋ ਮਾਈਆਂ ਵਾਲਾ ਅਤੇ ਉਸ ਤੋਂ ਅਗਲਾ ਜਾਗੋ ਵਾਲਾ ਦਿਨ ਉਹਨਾਂ ਦਾ ਉਡੀਕਦਿਆਂ ਨਿਕਲ ਗਿਆ। ਫਿਰ ਵੀ ਉਹਨਾਂ ਨੂੰ ਆਸ ਸੀ ਕਿ ਚੱਲ ਗੁੱਸੇ ਹੈ ਤਾਂ ਵਿਆਹ ਵਾਲੇ ਦਿਨ ਜ਼ਰੂਰ ਆਉਣਗੇ। ਪਰ ਜਦ ਵਿਆਹ ਵਾਲੇ ਦਿਨ ਵੀ ਮੈਂ ਫੋਨ ਤੱਕ ਵੀ ਰਿਸੀਵ ਨਾ ਕੀਤਾ ਤਾਂ ਭਰਾਵਾਂ ਦਾ ਮਨ ਨਹੀਂ ਮੰਨਿਆ।
ਭਰਾ ਭਰਜਾਈ ਆਪਣੇ ਨਾਲ 2-4 ਘਰਾਂ ਦੇ ਸਿਆਣੇ ਲਿਆ ਕੇ ਮੈਨੂੰ ਲੈਣ ਇੱਥੇ ਆ ਗਏ ਅਤੇ ਉੱਧਰ ਬਰਾਤ ਆ ਗਈ। ਸਾਰੇ ਭਰਾ ਨੂੰ ਮਿਲਣੀ ਕਰਨ ਲਈ ਉਡੀਕਣ ਤੇ ਉਹ ਵਿਚਾਰੇ ਮੇਰੇ ਘਰ ਵਾਲੇ ਅੱਗੇ ਹੱਥ ਜੋੜੀ ਬੈਠਾ ਸੀ। ਪਰਮ ਤੋਂ ਗੱਲ ਵੀ ਨਹੀਂ ਸੀ ਹੋ ਰਹੀ। ਕੁਝ ਸਮਾਂ ਰੁਕ ਕੇ ਪਰਮ ਬੋਲਦੀ, ਮੈਂ ਭਰਾ ਨੂੰ ਕਿਹਾ, ਵੀਰ ਜੀ ਚੱਲ ਜਾਓ ਤੁਸੀਂ ਅਤੇ ਸਾਰੇ ਰਸਮ ਰਿਵਾਜ ਕਰੋ। ਨਵੀਂ ਰਿਸ਼ਤੇਦਾਰੀ ਜੁੜੀ ਆ, ਉਹ ਕੀ ਸੋਚਣਗੇ। ਮੈਂ ਉਸ ਦਿਨ ਵੀ ਨਵੀਂ ਰਿਸ਼ਤੇਦਾਰੀ ਦੇ ਮੂੰਹਾਂ ਨੂੰ ਇਹਨਾਂ ਨਾਲ ਆ ਗਈ ਸੀ। ਜਦ ਉਹਨਾਂ ਨੂੰ ਪਤਾ ਲੱਗੂ ਕੀ ਸੋਚਣਗੇ ਉਹ ਵੀ। ਭਰਾ ਬੋਲਿਆ, ਚੁੱਪ ਕਰ ਭੈਣ, ਮੈਂ ਲੈਣ ਆਇਆ ਤੈਨੂੰ, ਬਸ ਕੱਪੜੇ ਪਾ ਤੇ ਚੱਲ ਮੇਰੇ ਨਾਲ। ਫਿਰ ਇਹ ਵੀ ਤਿਆਰ ਹੋ ਗਏ ਨਾਲ। ਅਸੀਂ 2 ਵਜੇ ਪਹੁੰਚੇ ਵਿਆਹ ਵਿੱਚ। ਪਰਮ ਕਹਿੰਦੀ, ਮਾਂ ਬੈਠੀ ਦਰਵਾਜ਼ੇ ਵੱਲ ਹੀ ਦੇਖੀ ਜਾ ਰਹੀ ਸੀ। ਮੈਨੂੰ ਦੇਖ ਮਨ ਭਰ ਆਈ, ਪਰ ਵਿਆਹ ਦੇ ਸ਼ਗਨਾਂ ਵਿੱਚ ਮੈਂ ਰੋ ਕੇ ਸਭ ਨੂੰ ਗੱਲਾਂ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦੀ ਸੀ। ਚੱਲ ਮੇਰੇ ਜਾਣ 'ਤੇ ਸਭ ਮਾਯੂਸ ਚਿਹਰਿਆਂ ਉੱਤੇ ਰੌਣਕ ਆ ਗਈ ਸੀ। ਫਿਰ ਹੁਣ ਸਾਲ ਹੋ ਗਿਆ, ਇਹਨਾਂ ਕਦੀ ਮੈਨੂੰ ਪੇਕਿਆਂ ਨਾਲ ਵਰਤਨ ਨਹੀਂ ਦਿੱਤਾ। ਮੈਂ ਕਿਹਾ, ਪਰਮ ਤੂੰ ਨਨਾਣ ਨੂੰ ਦੱਸਣਾ ਸੀ, ਉਹ ਵੀ ਸਮਝਾ ਸਕਦੀ ਸੀ ਆਪਣੇ ਭਰਾ ਨੂੰ। ਉਹ ਹੀ ਕਹਿ ਸਕਦੀਆਂ ਸੀ ਕਿ ਭਾਬੀ ਤੂੰ ਵਿਆਹ ਜਾ, ਇਸ ਪਿੱਛੇ ਕਿਉਂ ਪੇਕੇ ਛੱਡਣੇ, ਅਸੀਂ ਨਾਲ ਆ ਤੇਰੇ। ਪਰਮ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਫੋਨ ਕੀਤੇ ਸੀ ਮੈਂ, ਪਰ ਕਹਿੰਦੀਆਂ ਜੇ ਮੰਨਦਾ ਤਾਂ ਚੱਲ ਜਾ। ਮੈਂ ਸੱਸ ਨੂੰ ਵੀ ਕਿਹਾ ਕਿ ਕੱਲ੍ਹ ਨੂੰ ਮੈਂ ਨਨਾਣ ਦੇ ਬੱਚਿਆਂ ਦੇ ਵਿਆਹ ਨਾ ਗਈ ਤਾਂ ਤੁਹਾਨੂੰ ਸਭ ਨੂੰ ਗੁੱਸਾ ਆਉਣਾ। ਅੱਗੋਂ ਸੱਸ ਨੇ ਇੱਕ ਵਾਰ ਵੀ ਆਪਣੇ ਪੁੱਤ ਨੂੰ ਨਹੀਂ ਕਿਹਾ ਕਿ ਤੈਨੂੰ ਜਾਣਾ ਚਾਹੀਦਾ। ਮੈਨੂੰ ਹੀ ਕਹੀ ਗਈ ਕਿ ਪਤੀ ਦੀ ਮਰਜ਼ੀ ਬਿਨਾਂ ਘਰੋਂ ਕਦਮ ਨਹੀਂ ਪੁੱਟੀਦਾ। ਪਰਮ ਦੀਆਂ ਗੱਲਾਂ ਸੁਣ ਮੈਨੂੰ ਲੱਗਾ ਕਿ ਸਿਆਣਿਆਂ ਸੱਚ ਹੀ ਕਿਹਾ ਹੈ ਕਿ ਨਾਨਕ ਦੁਖੀਆ ਸਭ ਸੰਸਾਰ। ਮੈਂ ਤਾਂ ਸਮਝਦੀ ਸੀ ਕਿ ਮੈਂ ਹੀ ਦੁਖੀ ਹਾਂ। ਮੇਰੇ ਘਰ ਵਾਲਾ ਹੀ ਆਪਣੀ ਰਿਸ਼ਤੇਦਾਰੀ ਵਿੱਚ ਜਾਣ ਲੱਗੇ ਮਿੰਟ 'ਚ ਤਿਆਰ ਹੋ ਜਾਂਦਾ ਤੇ ਜਦ ਮੇਰੇ ਪੇਕਿਆਂ ਵੱਲ ਜਾਣਾ ਹੋਵੇ ਬਹਾਨੇ ਬਣਾ ਕੇ ਬੈਠਾ ਰਹਿੰਦਾ। ਮੈਂ ਪਰਮ ਨੂੰ ਕਿਹਾ ਕਿ ਪਰਮ ਕੀ ਜ਼ਿੰਦਗੀ ਹੈ ਔਰਤ ਦੀ। ਪਰਮ ਬੜੇ ਠਰਮੇ ਨਾਲ ਕਹਿੰਦੀ ਕਿ ਔਰਤ ਚੱਕੀ ਦੇ 2 ਪੁੜਾਂ ਵਿੱਚ ਪਿਸਦੀ ਰਹਿੰਦੀ ਆ, ਇੱਕ ਪੁੜ ਮਰਦ ਅਤੇ ਦੂਜਾ ਪੁੜ ਸਮਾਜ। ਜੇ ਮਰਦ ਨੂੰ ਔਰਤ ਛੱਡੇ ਜਾਂ ਔਰਤ ਨੂੰ ਮਰਦ ਛੱਡੇ, ਦੋਵੇਂ ਪਾਸੇ ਸਮਾਜ ਦੀ ਨਿਗਾਹ ਵਿੱਚ ਔਰਤ ਹੀ ਕਸੂਰਵਾਰ ਹੁੰਦੀ ਆ। ਸਾਨੂੰ ਆਜ਼ਾਦੀ ਮਿਲੀ, ਬੇਸ਼ੱਕ ਬਹੁਤ ਸਾਲ ਗੁਜ਼ਰ ਗਏ ਹਨ, ਪਰ ਔਰਤ ਅੱਜ ਵੀ ਹੀ ਗੁਲਾਮ ਹੈ। ਕਮਾਈ ਤਾਂ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕਰਦੀ ਹੈ, ਪਰ ਕੁਝ ਲੋਕਾਂ ਦੀ ਸੋਚ ਬਦਲਣ ਦੀ ਅਜੇ ਵੀ ਬਹੁਤ ਲੋੜ ਹੈ। ਉਹ ਸੋਚ ਉਦੋਂ ਤੱਕ ਨਹੀਂ ਬਦਲਣੀ ਜਦ ਤੱਕ ਔਰਤ ਇੱਕ ਦੂਜੇ ਦੇ ਦਰਦ ਨੂੰ ਮਹਿਸੂਸ ਨਹੀਂ ਕਰੂਗੀ। ਔਰਤ ਤੇ ਸਮਾਜ ਇੱਕ ਸਿੱਕੇ ਦੇ 2 ਪਾਸੇ ਹਨ, ਜਿਨ੍ਹਾਂ ਦਾ ਇੱਕ ਦੂਜੇ ਬਿਨਾਂ ਚੱਲਣਾ ਸੰਭਵ ਨਹੀਂ, ਨਾਮੁਮਕਿਨ ਹੈ। ਮੈਨੂੰ ਪਰਮ ਦੀ ਗੱਲ ਸੁਣ ਬਹੁਤ ਸਹੀ ਲੱਗੀ। ਜੇ ਔਰਤ ਹੀ ਦੂਜੀ ਔਰਤ ਲਈ ਸੱਚ ਬਦਲ ਜਾਵੇ ਤਾਂ ਸਮਾਜ ਨੂੰ ਵੀ ਬਦਲਿਆ ਜਾ ਸਕਦਾ। ਪਰਮ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਕੇ ਮੈਂ ਆਪਣੇ ਘਰ ਆ ਕੰਮ ਕਰਨ ਲੱਗੀ। ਮੇਰੇ ਮਨ ਵਿੱਚ ਪਰਮ ਦੀਆਂ ਗੱਲਾਂ ਚੱਲਦੀਆਂ ਪਈਆਂ ਸੀ। ਮੈਂ ਸੋਚ ਰਹੀ ਸੀ ਕਿ ਔਰਤ ਕਿੰਨੀ ਮਹਾਨ ਹੈ, ਜੋ ਆਪਣਿਆਂ ਦੀ ਖੁਸ਼ੀ ਲਈ ਬੇਟੀ, ਭੈਣ, ਪਤਨੀ ਅਤੇ ਮਾਂ ਦੇ ਰੂਪ ਵਿੱਚ ਸਦਾ ਤਿਆਗ ਹੀ ਕਰਦੀ ਆਉਂਦੀ ਆ। ਪਰ ਕਦੇ ਵੀ ਔਰਤ ਦੇ ਤਿਆਗ ਦੀ ਕਦਰ ਨਹੀਂ ਹੁੰਦੀ। ਸਮਾਜ ਦੀ ਨਜ਼ਰ ਵਿੱਚ ਔਰਤ ਨੂੰ ਕਦੇ ਵੀ ਉਹ ਮਾਨ ਸਨਮਾਨ ਨਹੀਂ ਮਿਲਦਾ ਜਿਸ ਦੀ ਉਹ ਹੱਕਦਾਰ ਹੈ। ਧੰਨਵਾਦ ਜੀ ਸਾਰਿਆਂ ਦਾ। ਜੇਕਰ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।